ਸਾਡਾ ਬਾਬਾ ਤਾਂ ਆਇਆ 1919 ਚ, ਫਿਰ ਮੁੜ ਕੇ ਜਾ ਕੇ ਸਾਡੇ ਡੈਡ ਨੂੰ ਲਿਆਇਆ ਤਾਂ ਉਹ ਆਇਆ ਸੀ 1925 ਚ। ਤਾਂ ਸਾਡੀ ਮਾਂ ਵੀ ਉਸੇ ਸਮੇਂ ਆਈ। ਫਿਰ ਉਹ ਉਹਨਾਂ ਦਾ ਇੱਥੇ ਆ ਕੇ ਵਿਆਹ, ਤਾਂ ਇੱਥੇ ਦਾ ਉਹ ਪਹਿਲਾ ਸਿੱਖ ਵਿਆਹ ਸੀਗਾ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਆਪ ਸਭ ਨੂੰ ਫੇਰ ਸਾਡੇ ਵੱਲੋਂ ਮੈਂ ਤੇ ਮੇਰਾ ਵੀਰ ਹਰਪਾਲ ਅਸੀਂ ਪਹੁੰਚੇ ਹਾਂ ਟੀ ਰੋਹਾ ਦੇ ਸ਼ਹਿਰ ਵਿੱਚ ਪੰਜਾਬੀਆਂ ਦੇ ਪੁਰਾਣੇ ਪਰਿਵਾਰ ਨੂੰ ਤੁਹਾਡੇ ਰੂਬਰੂ ਕਰਨ। ਟੀ ਰੋਹਾ ਦਾ ਸੰਬੰਧ ਪੰਜਾਬੀਆਂ ਦੇ ਨਾਲ ਕੋਈ 100 ਸਾਲ ਤੋਂ ਵੀ ਵੱਧ ਦਾ ਹੈ। ਇਹ ਉਹ ਜ਼ਮੀਨਾਂ ਨੇ ਜਿਹੜੀਆਂ ਪੰਜਾਬੀਆਂ ਨੇ ਅੱਜ ਤੋਂ ਕੋਈ 100 ਸਾਲ ਪਹਿਲਾਂ ਵਾਹਣੀਆਂ, ਬੀਜਣੀਆਂ ਤੇ ਸਾਫ਼ ਕਰਨੀਆਂ ਸ਼ੁਰੂ ਕੀਤੀਆਂ। ਇਸੇ ਏਰੀਆ ਦੇ ਵਿੱਚ 1925 ਦੇ ਵਿੱਚ ਇੱਕ ਪਹਿਲਾ ਫਾਰਮ ਲਿਆ ਜਾਂਦਾ ਹੈ ਪੰਜਾਬੀਆਂ ਦੇ ਵੱਲੋਂ, ਤੇ ਹੁਣ ਉਸ ਤੋਂ ਬਾਅਦ ਹੋਰ ਪਰਿਵਾਰ ਵੱਧਦੇ ਨੇ ਤੇ ਇਸੇ ਕਰਕੇ ਹੀ ਇਸ ਏਰੀਏ ਦੇ ਵਿੱਚ ਇੱਕ ਸਟਰੀਟ ਦਾ ਨਾਂ ਸਿੰਘ ਸਟਰੀਟ ਵੀ ਰੱਖਿਆ ਜਾਂਦਾ ਹੈ। ਅੱਜ ਅਸੀਂ ਜਿਸ ਪਰਿਵਾਰ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਇਸ ਪਰਿਵਾਰ ਦੇ ਜਿਹੜੇ ਬਜ਼ੁਰਗ ਸਨ ਗੱਜਾ ਸਿੰਘ ਹੁਣੀ ਕੋ 1919 ਦੇ ਵਿੱਚ ਇੱਥੇ ਪਹੁੰਚੇ ਸਨ ਤੇ ਜਿਨ੍ਹਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਆਏ ਨੂੰ 100 ਸਾਲ ਤੋਂ ਵੀ ਉੱਤੇ ਹੋ ਗਿਆ ਹੈ। ਤੇ ਉਸ ਤੋਂ ਬਾਅਦ ਇਸੇ ਹੀ ਪਰਿਵਾਰ ਦੇ ਵਿੱਚੋਂ ਜਿਹੜਾ ਪਹਿਲਾ ਵਿਆਹ ਹੁੰਦਾ ਹੈ 3 ਧੀਆਂ ਦਾ ਇੱਕ ਥਾਂ ਤੇ ਇੱਕੋ ਵਾਰ 'ਚ ਜਦ ਨਵੇਂ ਰੂਲ ਆਉਂਦੇ ਨੇ ਤੇ ਉਹ ਪਹਿਲੀ ਵਾਰ ਇੱਥੇ ਪਹੁੰਚਦੇ ਨੇ, ਆਪਣੇ ਹਸਬੈਂਡ ਨੂੰ ਇੱਥੇ ਮੰਗਾਉਂਦੇ ਨੇ। ਉਹ ਪਹਿਲੀ ਵਾਰ ਹੁੰਦਾ ਹੈ ਨਿਊਜ਼ੀਲੈਂਡ ਦੇ ਵਿੱਚ ਜਦ ਇੱਕ ਪੰਜਾਬ ਤੋਂ 3 ਜਾਣੇ ਇੱਥੇ ਵਿਆਹ ਲਈ ਪਹੁੰਚਦੇ ਨੇ। ਤੇ ਉਸ ਤੋਂ ਪਹਿਲਾਂ ਇੱਕ ਵੱਡੀ ਜਿਹੜੀ ਜ਼ਰੂਰੀ ਗੱਲ ਆ ਉਹ ਸਾਂਝੀ ਕਰਨ ਵਾਲੀ ਆ ਕਿ ਇਹਨਾਂ ਦਾ ਇਹ ਪਰਿਵਾਰ ਵਿੱਚੋਂ ਹੀ ਪਹਿਲਾ ਵਿਆਹ ਸਿੱਖ ਜਿਹੜਾ ਵਿਆਹ ਹੁੰਦਾ ਉਹ ਇਸ ਟੀ ਰੋਹਾ ਦੇ ਵਿੱਚ ਹੀ ਹੁੰਦਾ ਹੈ 1932 'ਚ, ਜਾਣੀ ਕਿ ਅੱਜ ਤੋਂ ਕੋਈ 90 ਸਾਲ ਪਹਿਲਾਂ। ਤੇ ਉਸ ਦੇ ਬਾਰੇ ਅੱਜ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ ਵੀ ਕਿੱਦਾਂ ਹੁਣ ਤੱਕ ਦੀ ਉਹਨਾਂ ਦੀ ਜਰਨੀ ਰਹੀ ਆ। मेरा बाबा जी 1919 ਚ ਆਇਆ ਤਾਂ ਫਿਰ ਇੱਥੇ ਕੰਮ ਕਰ ਟੋਲਦੇ ਸੀ, ਕੰਮ ਵੀ ਮਿਲਦੇ ਨਹੀਂ ਸੀ ਬਹੁਤ, ਪਰ ਏਦਾਂ ਮਿਲਦੇ ਤਾਂ ਫਿਰ ਉਹ ਆਪਣੇ ਦੇਸ਼ ਨੂੰ ਚਲੇ ਗਿਆ ਸੀ। ਤਾਂ ਉਹ ਉਦੋਂ ਮੇਰੇ ਡੈਡ ਨੂੰ ਮਤਵਾਨਾ ਬਣਾ ਕੇ ਲਿਆਇਆ ਤਾਂ ਉਹ 1925 ਚ ਆਏ ਆ ਇੱਥੇ। ਮੇਰਾ ਡੈਡ ਸਰੈਂਡ ਸਿੰਘ ਸੁਲਤਾਨਪੁਰ ਪਿੰਡ ਤੋਂ ਆਏ ਆ ਤਾਂ ਮੇਰਾ ਬਾਬਾ ਜੀ ਗੱਜਾ ਸਿੰਘ ਲੈ ਕੇ ਆਇਆ। ਫਿਰ ਉਹ ਮੇਰੇ ਨਾਨਾ ਜੀ ਵੀ ਇੱਥੇ ਸੀਗੇ ਤਾਂ ਉਹਨੇ ਸਾਰਾ ਅਰੇਂਜ ਕੀਤਾ ਮੇਰੀ ਮਾਂ ਦਾ ਤਾਂ ਮੇਰੇ ਡੈਡ ਦਾ ਵਿਆਹ। ਤਾਂ ਉਹ ਵਿਆਹ ਹੋਇਆ 1932 ਚ। ਆਪਣੇ ਪੰਜਾਬੀਆਂ ਦੇ ਵਿੱਚ ਪਹਿਲਾ ਸਿੱਖ ਵਿਆਹ ਸੀਗਾ। ਤਾਂ ਫਿਰ ਉਹਦਾ ਬੈਂਡ ਵੀ ਖੇਲਿਆ ਤੇ ਸ਼ਹਿਰੋਂ ਲਿਆਂਦਾ ਸੀ, ਉਹ ਸ਼ਹਿਰ ਵਾਲਿਆਂ ਨੇ, ਗੋਰਿਆਂ ਦਾ ਜਿਹੜਾ ਬੈਂਡ ਸੀ ਸਾਰੇ ਇਹਨਾਂ ਕੋ ਸੀਗੀ। ਤਾਂ ਫਿਰ ਉਹ ਸ਼ਹਿਰ ਨੂੰ ਲੈ ਗਏ ਗੋਰੇ, ਤਾਂ ਉਹ ਕਹਿੰਦੇ ਵੀ ਅਸੀਂ ਬੈਂਡ ਵਜਾ ਕੇ ਤਾਂ ਵਿਆਹ ਦਿਖਾ ਲੈਣਾ ਇੱਥੇ। ਤਾਂ ਉਹ ਵੀ ਉਹ ਕਰਕੇ ਤਾਂ ਫਿਰ ਇਹ ਆਪਣੇ ਘਰ ਰਹਿੰਦੀ ਰਹੀ ਆ। ਤਾਂ ਫਿਰ ਇੱਥੇ ਮੇਰੇ ਡੈਡ ਨੇ ਪੇ ਪਾਇਆ ਘਰ, ਉਹ ਜਿੱਦਾਂ ਮੇਰਾ ਨਾਨਾ ਚਾਹੁੰਦਾ ਸੀ। ਫਿਰ ਉਹ ਆਪਣੇ ਘਰ ਆਈ ਆ। ਮੇਰਾ ਜਨਮ ਤਾਂ ਹੋਇਆ 1937। ਪੜ੍ਹਾਈ ਤੇ ਜਦ ਮੇਰਾ ਟਾਈਮ ਹੋਇਆ ਸਕੂਲ ਨੂੰ ਲਾਉਣੇ ਲਈ ਤਾਂ ਮੈਨੂੰ ਮੈਨਵਰੂ ਸਕੂਲ ਲਾਇਆ। ਤਾਂ ਉੱਥੋਂ ਮੈਂ ਪੜ੍ਹ ਕੇ ਤਾਂ ਫਿਰ ਮੈਂ ਹਾਈ ਸਕੂਲ ਗਈ ਹਾਂ। ਤਾਂ ਹਾਈ ਸਕੂਲ ਤੋਂ ਮੈਂ 15 ਸਾਲਾਂ ਦੀ ਸਕੂਲ ਛੱਡ ਦਿੱਤਾ। ਫਿਰ ਮੈਂ ਕਰ ਰਹੀ ਜਿੰਨਾ ਚਿਰ ਮੇਰਾ ਵਿਆਹ ਨਹੀਂ ਹੋਇਆ। ਮੇਰਾ ਵਿਆਹ ਹੋਇਆ ਨਵੰਬਰ 25 ਤਰੀਕ ਨੂੰ 1961। ਫਿਰ ਮੇਰਾ ਡੈਡ ਦੇਸ਼ ਨੂੰ ਗਿਆ ਤਾਂ ਇਹ 3 ਮੁੰਡੇ ਲੈ ਕੇ ਆਇਆ ਵਿਆਹ ਲਈ। ਤਾਂ ਫਿਰ ਸਾਡਾ ਇੱਥੇ ਆ ਕੇ ਤਾਂ 1 ਮਹੀਨੇ ਦੇ ਵਿੱਚ ਸਾਡਾ ਵਿਆਹ ਹੋ ਗਿਆ। 25th of November 1961। ਮੇਰਾ ਨਾਮ ਸੰਦੋਖ ਸਿੰਘ। ਸਾਨੂੰ ਫਿਰ ਇਹਨਾਂ ਦੇ ਡੈਡ ਨੇ ਪਿਕ ਕੀਤਾ ਜਾ ਕੇ। ਤਾਂ ਫਿਰ ਅਸੀਂ 1961 ਦੇ ਵਿੱਚ
ਅਸੀਂ ਇੱਥੇ ਆਏ ਹਾਂ, ਪਾਣੀ ਵਾਲੇ ਜਹਾਜ਼ 'ਚ ਆਏ ਹਾਂ ਤੇ ਸਾਨੂੰ 3 ਹਫ਼ਤੇ ਲੱਗੇ ਪਾਣੀ ਵਾਲੇ ਜਹਾਜ਼ 'ਚ। ਪਿੰਡ ਜੱਬੂਵਾਲ ਸੀਗਾ ਤੇ 21 ਸਾਲਾਂ ਦਾ ਸੀਗਾ ਮੈਂ ਜਦੋਂ ਇੱਥੇ ਨੂੰ ਆਏ ਹਾਂ। ਠੀਕ ਸੀਗਾ ਵੀ ਸਾਨੂੰ ਤਾਂ ਹੁਣ ਅਸੀਂ ਤਾਂ ਆਪਣੇ ਦੇਸ਼ ਦਾਲ ਰੋਟੀ ਖਾਂਦੇ ਹੁੰਦੇ ਸੀਗੇ ਤੇ ਇੱਥੇ ਵੀ ਸ਼ਿਪ ਦੇ ਵਿੱਚ ਗੋਰਿਆਂ ਵਾਲਾ ਖਾਣਾ ਸੀਗਾ। ਸਾਨੂੰ ਤਾਂ ਫੋਕਾਂ ਨਾਲ ਨਵੀਆਂ ਸੀਗੀਆਂ, ਉਹ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਕਿੱਦਾਂ ਵਰਤਣੀ। ਤਾਂ ਪਰ ਅਸੀਂ ਫਿਰ ਗੋਰਿਆਂ ਨਾਲ ਖਾ ਥੋੜਾ ਬਹੁਤਾ ਖਾ ਕੇ ਗੁਜ਼ਾਰਾ ਕਰ ਲਿਆ ਆਪਣਾ। ਸਾਨੂੰ ਫਿਰ ਸਾਡੇ ਨਾਲ ਇੰਡੀਅਨ ਹਾਈ ਕਮਿਸ਼ਨਰ ਨਾਲ ਸੀਗਾ, ਉਹ ਕਹਿੰਦਾ ਵੀ ਤੁਸੀਂ ਏਦਾਂ ਕਰੋ, ਦੁੱਧ ਚੌਲ ਲੈ ਲਓ, ਉਹਨਾਂ ਦੇ ਵਿੱਚ ਪਾ ਕੇ ਤਾਂ ਤੁਸੀਂ ਖਾ ਲਓ, ਤੁਹਾਨੂੰ ਹੋਰ ਖਾਣਾ ਤਾਂ ਨਹੀਂ ਚੰਗਾ ਲੱਗਦਾ। ਪਰ ਫਿਰ ਅਸੀਂ ਏਦਾਂ ਕੀਤੀ। ਦੁਬਈ ਤੋਂ ਚੜ੍ਹੇ ਪਾਣੀ ਵਾਲੇ ਜਹਾਜ਼ ਦੇ ਵਿੱਚ, ਤਾਂ ਫਿਰ ਇੱਥੇ ਸਿਡਨੀ ਦੇ ਸਾਨੂੰ 3 ਹਫ਼ਤੇ ਲੱਗੇ ਆ। ਤਾਂ ਫਿਰ ਅਸੀਂ ਹਵਾਈ ਜਹਾਜ਼ 'ਚ ਸਿਡਨੀ ਤੋਂ ਆਕਲੈਂਡ ਤੇ ਹਵਾਈ ਜਹਾਜ਼ 'ਚ ਆਏ ਹਾਂ। ਹੁਣ ਤਾਂ 3 ਘੰਟਿਆਂ 'ਚ ਆ ਜਾਂਦੇ ਆ, ਉਸ ਵੇਲੇ ਤਾਂ 6 ਘੰਟੇ ਲੱਗੇ। ਉਹ ਛੋਟਾ ਜਹਾਜ਼ ਸੀਗਾ ਸਿਡਨੀ ਤੋਂ ਇੱਥੇ ਤੇ। ਪਹਿਲੇ ਤਾਂ ਜੀ ਸਾਰੀ ਗੱਲ ਨਵੀਂ ਸੀ, ਸਾਨੂੰ ਤਾਂ ਸਭ ਕੁਝ ਜਿੱਦਾਂ ਨਵਾਂ ਹੀ ਸੀਗਾ। ਤਾਂ ਤੇ ਉਹ ਤਾਂ ਠੀਕ ਸੀਗੇ, ਫਿਰ ਗੱਲਬਾਤ ਆਪਣੇ ਘਰਦਿਆਂ ਨਾਲ ਕਰ ਲੈਂਦੇ ਸੀਗੇ। ਗੁਰੇ ਨਾਲ ਤਾਂ ਇੰਨੀ ਅੰਗਰੇਜ਼ੀ ਆਉਂਦੀ ਨਹੀਂ ਸੀ ਨਾ। ਫਿਰ ਅਸੀਂ ਇੱਥੇ 3 ਹਫ਼ਤੇ ਇਹਨਾਂ ਦੇ ਘਰ ਰਹੇ ਹਾਂ। 3 ਹਫ਼ਤਿਆਂ ਦੇ ਬਾਅਦ ਫਿਰ ਸਾਰਾ ਵਿਆਹ ਦਾ ਅਰੇਂਜਮੈਂਟ ਹੋ ਗਿਆ। ਫਿਰ ਤੇ ਸਾਡੇ ਤਿੰਨਾਂ ਦਾ ਵਿਆਹ ਇੱਕ ਟਾਈਮ ਹੋਇਆ, ਇੱਕ ਦਿਨ ਦੇ ਵਿੱਚ ਹੋਲ 'ਚ ਸੀਗਾ। ਤੇ ਉਹ ਸਾਡੇ ਉਹ ਜਿਹੜੇ ਨਾਲ ਹਾਈ ਕਮਿਸ਼ਨਰ ਆਇਆ ਸੀਗਾ, ਤੇ ਫਿਰ ਇੱਥੇ ਭਾਈ ਵੀ ਨਹੀਂ ਸੀ ਹੁੰਦੇ, ਤੇ ਭਾਈ ਟੋਲਣਾ ਸੀਗਾ। ਪਰ ਉਹ ਹਾਈ ਕਮਿਸ਼ਨਰ ਕਹਿੰਦਾ ਫਿਰ ਮੇਰੀ ਵਾਈਫ ਮਹਾਰਾਜ ਪੜ੍ਹ ਲੈਂਦੀ ਆ। ਫਿਰ ਹੀ ਨਹੀਂ ਅਰੇਂਜਮੈਂਟ ਕੀਤਾ ਸਾਡਾ, ਉਸ ਹਾਈ ਕਮਿਸ਼ਨਰ ਦੇ ਵਾਈਫ ਨੇ ਸਾਡਾ ਵਿਆਹ ਕੀਤਾ। ਗ੍ਰੰਥ ਸਾਹਿਬ ਇੱਥੇ ਕਈਆਂ ਨੂੰ ਲਿਆਂਦੇ ਸੀ, ਇਹਨਾਂ ਦੇ ਨਾਨੇ ਨੇ ਵੀ ਲਿਆਂਦਾ ਆਇਆ ਸੀਗਾ। ਤੇ ਫਿਰ ਨਹੀਂ ਗ੍ਰੰਥ ਸਾਹਿਬ ਮੈਨੂੰ ਮੇਰੇ ਕਿਸੇ ਬੰਦੇ ਦੇ ਕੋਲ ਸੀਗਾ, ਉਹ ਲਿਆ ਕੇ ਤਾਂ ਫਿਰ ਗ੍ਰੰਥ ਸਾਹਿਬ ਦੇ ਮੂਹਰੇ ਫਿਰ ਸਾਡਾ ਵਿਆਹ ਹੋਇਆ। ਤੇ ਕਿਸੇ ਨੂੰ ਲਾਵਾਂ ਨੇ ਅਸੀਂ ਘੁੰਮੇ ਨਹੀਂ ਕੁਛ ਵੀ, ਬੈਠੇ 2-3 ਵੇਰਾ ਖੜ ਗਏ। 5-7 ਮਿੰਟਾਂ ਦਾ ਇੱਕ ਤਾਂ ਵਿਆਹ ਸੀ ਸਾਰਾ, ਤੇ ਉਹਦੀ ਲਾਵਾਂ ਹੀ ਪੜੀਆਂ, ਹੋਰ ਨਹੀਂ ਕੁਛ ਵੀ ਕੀਤਾ। ਫਿਰ ਸਾਨੂੰ ਹੌਲੀ ਹੌਲੀ ਜਿੱਦਾਂ ਕੰਮ ਫੈਕਟਰੀ ਦੇ ਵਿੱਚ ਮਿਲਕ ਟ੍ਰੀਟਮੈਂਟ ਸਟੇਸ਼ਨ ਦੇ ਵਿੱਚ ਮੈਨੂੰ ਮਿਲ ਗਿਆ। ਤੇ ਮੇਰੇ ਛੋਟੇ ਭਾਈ ਨੂੰ ਉਹਨੂੰ ਇੱਥੇ ਮੈਂਗਰੂ ਫੈਕਟਰੀ ਦੇ ਵਿੱਚ ਮਿਲ ਗਿਆ, ਉੱਥੇ ਕੇਸੀਨ ਬਣਦੀ ਸੀ। ਤਾਂ ਫਿਰ ਛੋਟੇ ਨੂੰ ਹਜੇ ਕੰਮ ਨਹੀਂ ਸੀ ਮਿਲਦਾ। ਤਾਂ ਫਿਰ ਸਹਿ ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਉੱਥੇ ਬਾਈਟਵੇ ਪਾਊਡਰ ਬਣਦਾ, ਉੱਥੇ ਤੋਂ ਪੈਸਾ ਵਧਿਆ, ਇੱਥੇ ਪੈਸਾ ਘਟਿਆ। ਫਿਰ ਸਾਡੇ ਬ੍ਰਦਰ ਇਨ ਲਾਅ ਨੇ ਹਰਵੇਲ ਨੇ ਪੁੱਛਗਿੱਛ ਕੀਤੀ, ਤੇ ਫਿਰ ਸਾਨੂੰ ਉੱਥੇ ਕੰਮ ਅਸੀਂ ਇਹ ਕੰਮ ਛੱਡ ਕੇ ਮਿਲਕ ਸਟੇਸ਼ਨ ਮੈਂ ਉੱਥੇ ਚਲੇ ਗਿਆ। ਤੇ ਨਾਲ ਹੀ ਫਿਰ ਉਹ ਛੋਟੇ ਬ੍ਰਦਰ ਇਨ ਲਾਅ ਨੂੰ ਵੀ ਕੰਮ ਉੱਥੇ ਮਿਲ ਗਿਆ। ਫਿਰ ਅਸੀਂ ਦੋਨੋਂ ਕੰਮ ਉੱਥੇ ਕਰਦੇ ਰਹੇ। ਫਿਰ ਸਾਡਾ ਉਹ ਕੰਮ ਫਿਰ ਕਰਦੇ ਸੀਗੇ। ਫਿਰ ਸਾਨੂੰ 3 ਸਾਲ ਅਸੀਂ ਕੰਮ ਕੀਤਾ ਉੱਥੇ। ਤੇ ਫਿਰ ਸਾਨੂੰ ਇਹਨਾਂ ਦੇ ਡੈਡ ਨੇ ਕਿਹਾ ਕਿ ਜ਼ਮੀਨ ਤੁਸੀਂ ਲੈਣੀ ਆ, ਤੇ ਸਾਨੂੰ ਤਾਂ ਉਹਨੀ ਸੌਦਾ ਪੱਤਾ ਇਸ ਜ਼ਮੀਨ ਦਾ ਕੀਤਾ ਸਾਰਾ। ਸਾਨੂੰ ਨਹੀਂ ਲੈ ਕੇ ਜ਼ਮੀਨ ਫਿਰ ਸਾਨੂੰ ਦੱਸ ਦਿੱਤਾ ਕਿ ਤੁਸੀਂ ਲੈਣੀ ਆ ਜ਼ਮੀਨ, ਤੁਸੀਂ ਸ਼ੇਅਰ ਵਰਕਰ ਬਣ ਜਾਓ ਜਾਂ ਤੁਸੀਂ ਆਪ ਓਨਰ ਬਣ ਜਾਓ। ਤਾਂ ਫਿਰ ਅਸੀਂ ਸੋਚ ਕੇ ਸਲਾਹ ਕਰਕੇ ਤੇ ਠੀਕ ਹੈ ਅਸੀਂ ਇਹਦੇ ਮੁੱਲ ਲੈ ਲਵਾਂਗੇ। ਤਾਂ ਫਿਰ ਮੁੱਲ ਅਸੀਂ ਲੈ ਲਏ। ਤਾਂ ਉਹਨੀ ਮਦਦ ਕੀਤੀ ਹੈ ਪੈਸੇ ਦੀ ਵਿੱਚ, ਸਾਰਾ ਅਰੇਂਜਮੈਂਟ ਜੋ ਕੁਛ ਵੀ ਉਹਨੀ ਗੱਲਬਾਤ ਫਾਰਮ ਦੀ ਕੀਤੀ ਆ। ਸਾਨੂੰ ਨਹੀਂ ਪਤਾ, ਸਾਡੇ ਲਈ ਤਾਂ ਕੰਮ ਫਿਰ ਉਹ ਪਹਿਲਾਂ ਔਖਾ ਸੀਗਾ। ਅਸੀਂ ਥੋੜ੍ਹਾ ਗਾਈਆਂ ਦਾ ਕੰਮ ਕੀਤਾ ਸੀਗਾ, ਤੇ ਹਾਰਡਸ਼ਿਪ ਬਥੇਰੀ ਹੋਈ ਆ। ਤੇ ਹੌਲੀ ਤੇ ਕੰਮ ਸਿੱਖ ਲਿਆ। ਤੇ ਸਾਨੂੰ ਜਾ ਕੇ ਜ਼ਿਆਦਾ ਕਰਕੇ ਸਾਡਾ ਬ੍ਰਦਰ ਲੋ ਹਰਵੇਲ ਜਿਹੜਾ, ਉਹਨੇ ਸਾਨੂੰ ਫਿਰ ਮਦਦ ਕੀਤੀ ਆ ਕੇ ਜਿਸ ਵੇਲੇ ਵੀ ਕੰਮ ਕੋਈ ਆਣਾ ਉਹਨੂੰ ਸੱਦਣਾ। 105 ਏਕੜ ਸੀਗੇ ਤੇ ਅਸੀਂ ਇੱਥੇ ਫਿਰ ਅਸੀਂ 26 ਸਾਲ ਗਾਈਆਂ ਚੋਈਆਂ। ਤੇ ਫਿਰ ਅਸੀਂ ਥੋੜ੍ਹੇ ਜਿਹੇ ਥੱਕਦੇ ਸੀਗੇ। ਤਾਂ ਫਿਰ ਅਸੀਂ ਆਪਣੇ ਸਾਡਾ ਮੁੰਡਾ ਬਾਹਰ ਕੰਮ ਕਰਦਾ ਸੀਗਾ ਕਿ ਗੋਰੇ ਦੇ ਗਾਈਆਂ ਚੋਂਦਾ ਸੀਗਾ। ਹੁਣ ਸਾਨੂੰ ਕਿਹਾ ਸੀਗਾ ਵੀ ਤੁਸੀਂ ਜਦੋਂ ਰਿਟਾਇਰ ਹੋਗੇ ਮੈਨੂੰ ਦੱਸ ਦਿਓ। ਅਸੀਂ ਉਹਨੂੰ ਦੱਸ ਦਿੱਤਾ ਵੀ ਅਸੀਂ ਤੇ ਹੁਣ ਤੂੰ ਆਇਆ। ਫਿਰ ਉਹ ਗਾਈਆਂ ਚੋਣ ਲੱਗ ਪਿਆ। ਅਸੀਂ
ਹਟ ਗਏ। ਫਿਰ ਮੇਰੇ ਲਈ ਨਹੀਂ ਫਿਰ ਅਸੀਂ ਇਹ ਦੋਵਾਂ ਲਈ ਸਾਡੇ ਲਈ ਕੰਮ ਵੱਧ ਸੀਗਾ। ਅਸੀਂ ਇੱਕ ਦੂਜੇ ਦੇ ਰਾਹ 'ਚ ਹੀ ਸੀ ਇੱਕ ਕਿਸਮ ਦੇ। ਤਾਂ ਫਿਰ ਮੈਂ ਕਿਹਾ ਵੀ ਬੇਟਾ ਕੰਮ ਅਸੀਂ ਟੋਲ ਮੈਂ ਤਾਂ ਹਰਵੇਲ ਨੇ ਫਿਰ ਅਸੀਂ ਕੰਮ ਬਾਈਟੂਏ ਫਿਰ ਦੁਬਾਰਾ ਟੋਲ ਲਿਆ। ਪਹਿਲਾਂ ਵੀ ਬਾਈਟੂਏ ਕੰਮ ਕੀਤਾ, ਫਿਰ 26 ਸਾਲ ਗਾਈਆਂ ਚੋ ਕੇ ਤਾਂ ਫਿਰ ਦੁਬਾਰਾ ਫਿਰ ਉੱਥੇ ਕੰਮ ਕੀਤਾ ਸੀ ਕਿ 2-4 ਸਾਲ ਕੰਮ ਕਰ ਲਵਾਂ ਬਾਬਾ। ਪਰ ਉਹ ਤਾਂ ਅਸੀਂ ਫਿਰ 17 ਸਾਲ ਫਿਰ ਕੀਤਾ ਕੰਮ। ਤੇ ਇੰਡੀਆ ਦੀ ਫੈਮਿਲੀ ਤਾਂ ਫਿਰ ਅਸੀਂ 8-7 ਬਾਅਦ 7-8 ਸਾਲ ਮੈਂ ਬਾਅਦ ਵਿੱਚ ਇੰਡੀਆ ਨੂੰ ਗਿਆ। ਤਾਂ ਫਿਰ ਉੱਥੇ ਜਦੋਂ ਗਾਈਆਂ ਸੁੱਕੀਆਂ ਸੀਗੀਆਂ ਤਾਂ ਇੱਥੇ ਤਾਂ ਫਿਰ ਉੱਥੇ 5 ਹਫ਼ਤੇ ਸੀਗੇ। 5 ਹਫ਼ਤਿਆਂ ਦੇ ਵਿੱਚ ਫਿਰ ਮੈਂ ਵਾਪਸ ਆ ਗਿਆ। ਇਹ ਨਾ ਜਦੋਂ ਫਿਰ ਆਉਣੀ ਜਾਣੀ ਖੁੱਲ ਗਈ ਫਿਰ ਮੈਂ ਆਪਣੇ ਮੇਰਾ ਭਰਾ ਛੋਟਾ ਭਰਾ ਸੀ ਉਹਨੂੰ ਇੱਥੇ ਸੱਦਿਆ। ਉਹ ਆ ਗਿਆ ਤੇ ਉਹਨੂੰ ਨਹੀਂ ਚੰਗਾ ਨਹੀਂ ਲੱਗਾ ਹੈ। ਤਾਂ ਫਿਰ ਉਹ ਆਪਣੇ ਟਾਈਮ ਦੇ ਵਿੱਚ ਰਹਿ ਤਾਂ ਸਕਦਾ ਹੀ ਨਹੀਂ ਸੀ। ਤਾਂ ਫਿਰ ਉਹ ਆਪਣੇ ਟਾਈਮ ਦੇ ਵਿੱਚ ਉਹ ਮੁੜ ਗਿਆ। ਤੇ ਫਿਰ ਮੇਰਾ ਬੜਾ ਭਾਈ ਉਹ ਵੀ ਇੱਥੇ ਆ ਗਿਆ। ਉਹ ਕਹਿੰਦਾ ਸੀਗਾ ਫਿਰ ਤੁਹਾਨੂੰ ਮੈਂ ਸਾਰਿਆਂ ਨੂੰ ਦੇਖਣਾ ਚਾਹੁੰਦਾ ਵੀ ਤੁਸੀਂ ਸਾਰੇ ਤਾਂ ਇਕੱਠੇ ਆ ਨਹੀਂ ਸਕਦੇ ਵੀ ਜੇ ਤੁਸੀਂ ਮੈਨੂੰ ਮੰਗਾ ਲਵੋ। ਫਿਰ ਅਸੀਂ ਉਹਨੂੰ ਮੰਗਾ ਲਿਆ 3 ਮਹੀਨਿਆਂ ਲਈ। ਉਹ ਇੱਥੇ ਆ ਗਿਆ 3 ਮਹੀਨੇ ਰਹਿ ਕੇ ਫਿਰ ਉਹ ਵਾਪਸ ਚਲੇ ਗਿਆ। ਉਹ ਫਿਰ ਖੁਸ਼ ਹੋ ਗਿਆ। ਹੁਣ ਫਿਰ ਸਾਰੇ ਦੇਖ ਲਏ ਕਿੱਦਾਂ ਅਸੀਂ ਕੰਮ ਕਰਦੇ ਹਾਂ ਕੀ ਕੁਛ ਹੁੰਦਾ। ਤਾਂ ਫਿਰ 3 ਮਹੀਨਿਆਂ ਬਾਅਦ ਉਹ ਚਲੇ ਗਿਆ। ਤੇ ਇਹਦਾ ਰਹਿਣਾ ਤਾਂ ਸੀ ਉਹ ਮੰਗਦੇ ਹੈ ਕਿ ਉਹਨਾਂ ਲਈ ਔਖਾ ਸੀਗਾ ਗੱਲਬਾਤ ਤਾਂ ਆਉਂਦੀ ਜੀ। ਹੁਣ ਫਿਰ ਤਾਂ ਠੀਕ ਹੈ ਸਾਡੇ ਲਈ। ਫਿਰ ਨੀਲੀ ਦਾ ਸਾਡਾ ਘਰ ਇੱਥੇ ਹੀ ਬਣ ਗਿਆ। ਫਿਰ ਨਿਆਣੇ ਸੀਗੇ, ਨਿਆਣਿਆਂ ਦੇ ਵਿੱਚ ਮੋਹ ਪਿਆ। ਸਾਨੂੰ ਤਾਂ ਫਿਰ ਆਹ ਹੀ ਪਾਸਾ ਚੰਗਾ ਲੱਗਦਾ। ਫਿਰ ਇੰਡੀਆ ਦੇ ਵਿੱਚ ਤਾਂ ਬਿਲਡਿੰਗ ਜਾਂਦੇ ਸੀਗੇ। ਸਾਡੀ ਮਾਂ ਸੀਗੀ ਉਹਨੂੰ ਮਿਲ ਜਾਂਦੇ ਸੀਗੇ। ਪਹਿਲੇ ਦੇ ਵਿੱਚ ਮੈਂ ਸੋਚਦੀ ਹਾਂ ਸਾਡੇ ਬਾਬਾ ਗੱਲਾਂ ਕਰਦਾ ਹੁੰਦਾ ਸੀ ਤੇ 100 ਬੰਦੇ ਸੀ, 100 ਫੈਮਲੀਆਂ ਬਹੁਤ ਥੋੜੀਆਂ ਸੀ। ਤੇ ਸਹਿ ਬਹੁਤਿਆਂ ਤਾਂ ਆਪਣੇ ਟੱਬਰ ਲਿਆਂਦੇ ਹੀ ਨਹੀਂ। ਉਹ ਉੱਥੇ ਹੀ ਰਹੀਆਂ, ਬੁੜੀਆਂ ਤੋਂ ਉੱਥੇ ਹੀ ਰਹੀਆਂ, ਕਹਾਂ ਨਿਆਣੇ ਲੈ ਆਉਂਦੇ। ਕੋਈ ਬੰਦੇ ਇੱਥੇ ਆਏ ਹੋ ਸੀਗੇ ਉਹਨਾਂ ਦੇ ਵਿਆਹ ਪਿੱਛੇ ਸੀ। ਉਹਨੇ ਵਿਆਹ ਛੱਡ ਕੇ ਤਾਂ ਇੱਧਰ ਗੋਰੀਆਂ ਨਾਲ ਮੋਹਰਨਾ ਮੈਂ ਕਰਾ ਲਿਆ। ਉਹ ਗਏ ਨਹੀਂ ਮੁੜ ਕੇ। ਏਦਾਂ ਵੀ ਸਕੇ ਬੰਦੇ। ਅਸੀਂ ਸੁਣਦੇ ਹੀ ਹਾਂ ਗੱਲਾਂ ਵੀ ਜਿੱਦਾਂ ਕੁੜੀਆਂ ਨੂੰ ਨਹੀਂ ਸੀ ਲਿਆਉਣ ਦਿੰਦੇ। ਫਿਰ ਉਹ ਲੇਬਰ ਕਰਨ ਚ ਬਣਿਆ ਤਾਂ ਉਹਨ ਫੇ ਖੋਲਿਆ। ਤਾਂ ਉਹ ਵੀ ਪਰ ਚੰਗਾ ਚਿਰ ਲੱਗਾ ਮੇਰੇ ਡੈਡ ਨੂੰ ਵੀ ਉਹ ਇਹ ਤਿੰਨਾਂ ਨੂੰ ਲੈ ਆਇਆ। ਚੰਗੀਆਂ ਗੱਲਾਂ ਜਿਹੜੀ ਸੋਚਦੇ ਸੀਗੇ ਤੇ ਆਹ ਚੀਜ਼ਾਂ ਦਾ ਪਰਮੇਸ਼ ਤਾਂ ਪਾਉਣੇ ਆ ਵੀ ਜੇ ਮਿਲ ਗਿਆ ਤਾਂ ਇਹ ਜਦ ਏਦਾਂ ਕੀਤਾ ਤਾਂ ਫਿਰ ਉਹ ਜਦ ਬਹੁਤ ਅਨੈਸ਼ ਸੀਗਾ ਤਾਂ ਉਹ ਕਹਿੰਦਾ ਵੀ ਇਹ ਗੱਲ ਸਹੀ ਹੈ ਵੀ ਇਹਨਾਂ ਨੂੰ ਜੂਰ ਆਜ਼ਾਦ ਚਾਹੀਦੀ ਵੀ ਕੁੜੀਆਂ ਵੀ ਇਹਨਾਂ ਨੂੰ ਲਿਆ ਸਕਣ, ਮੁੰਡੇ ਲਿਆ ਸਕਦੇ। ਉੱਥੋਂ ਵੀ ਖੁੱਲਾ ਤਾਂ ਸਾਡਾ ਪਹਿਲਾ ਵਿਆਹ ਪੰਜਾਬ ਤੋਂ ਤਿੰਨਾਂ ਦਾ ਪਹਿਲਾ ਵਿਆਹ ਹੋਇਆ ਨਿਊਜ਼ੀਲੈਂਡ 'ਚ। ਅਸੀਂ ਇੱਧਰੋਂ ਪਾਣੀਆਂ ਜਹਾਜ਼ ਗਏ ਆ ਤਾਂ ਸਾਨੂੰ ਤਾਂ ਹੁਣ ਉੱਥੇ ਕੁਛ ਨਹੀਂ ਇੰਡੀਆ ਦਾ ਪਤਾ ਲੱਗਦਾ ਸੀਗਾ ਕਿ ਅਸੀਂ ਤਾਂ ਕੁਛ ਨਹੀਂ ਦੇਖਿਆ ਸੀ। ਤੇ ਸਾਨੂੰ ਅਸੀਂ ਬੰਬਈ ਉਤਰੇ 3 ਹਫ਼ਤੇ ਜਿੱਦਾਂ ਇਹ ਕਹਿੰਦੇ 3 ਹਫ਼ਤੇ ਲੱਗੇ ਆ। ਤਾਂ ਬੰਬਈ ਉਤਰ ਕੇ ਤਾਂ ਫਿਰ ਅਸੀਂ ਗੱਡੀ 'ਚ ਗਏ ਆ ਪਿੰਡਾਂ ਨੂੰ। ਤਾਂ 2 ਰਾਤਾਂ ਤਾਂ 1 ਦਿਨ 3 ਦਿਨ ਲੱਗੇ। ਸਾਡੇ ਜਾਣੇ ਤੇ ਗਾਉਂ ਸਾਡੀ ਦਾਦੀ ਉਡੀਕਦੀ ਸੀ। 6 ਮਹੀਨੇ ਗਾਉਂ ਮੁੱਕ ਗਈ। ਅਸੀਂ ਆਪਣੀ ਦਾਦੀ ਨਹੀਂ ਕਦੇ ਦੇਖੀ। ਇੱਕ ਚਾਚਾ ਮੁੱਕ ਗਿਆ ਤਾਂ ਇੱਕ ਭੂਆ, ਇੱਕੋ ਹੀ ਭੂਆ ਸੀ, ਉਹ ਵੀ ਨਹੀਂ ਅਸੀਂ ਦੇਖੀ। ਇਹਨੇ ਬੰਦੇ ਚਲੇ ਗਏ। ਜਦ ਤੱਕ ਮੇਰਾ 28 ਸਾਲੀ ਮੇਰਾ ਡੈਡ ਮੁੜ ਕੇ ਗਿਆ ਸੀਗਾ। ਉਹ ਟੱਬਰ ਲੈ ਕੇ ਗਿਆ। ਇੱਥੇ ਤਾਂ ਫਿਰ ਉਹ ਜਿਸ ਵੇਲੇ ਸਾਡੇ ਭਾਈ ਨੇ ਜ਼ਮੀਨ ਲੈਤੀ ਉਹ ਸਾਰੀ ਫਲੈਕਸ ਸੀਗੀ। ਤਾਂ ਉਹ ਫਲੈਕਸ ਵਿੱਚੋਂ ਕੱਟ ਬਾਬੇ ਨੇ ਤਾਂ ਨਾਲੇ ਡੈਡ ਨੇ ਵੱਢ ਕੇ ਤਾਂ ਫਿਰ ਖੇਤ ਸੈਸਟ ਬਣਾਏ ਸਾਰੇ ਉਹ ਦੂਏ ਪਲਿਆ ਕਰਕੇ ਤਾਂ ਘਾਹ ਬੀਜੇ ਤਾਂ ਫਿਰ ਗਾਈਆਂ ਵਧਾਈਆਂ। ਪਹਿਲਾਂ ਜਦ ਮੇਰਾ ਬਾਬਾ ਤਾਂ ਡੈਡ ਚੋਂਦੇ ਸੀ ਗਾਈਆਂ, ਮੇਰੀ ਮਾਂ ਹੋਣੇ ਤੇ ਗਾਉਂ ਔਰ ਤਾਂ ਇਹ ਪਹਿਲਾਂ ਇਹਨਾਂ ਕੋਲ 10 ਗਾਈਆਂ ਸੀ। ਉਹ ਹੱਥੀ ਚੋਂਦੇ ਸੀ, ਕੋਈ ਮਸ਼ੀਨ ਨਹੀਂ ਸੀ। ਫਿਰ ਸੈਸਟ ਨਾਨੇ ਦੀ ਮਦਦ ਨਾਲ ਸ਼ੈੱਡ ਪਾ ਲਈ। ਉਹ ਵੀ ਵਾਕ ਥਰੂ। ਹੁਣ ਤਾਂ ਇਹਦਾ ਖੜੇ ਹੋ ਕੇ ਚੋਣੇ, ਬਹਿ ਕੇ ਚੋਂਦੇ ਸੀ।
ਤਾਂ ਉਹ ਉਹਨਾਂ ਹੀ ਚਿਰ ਰਹੇ। ਤਾਂ ਫਿਰ ਜਦ ਸਾਡੇ ਵਿਆਹ ਹੋ ਗਏ ਤਾਂ ਉਹ ਰੁਪਏ ਅਸੀਂ ਆਪਣੇ ਕੰਮ ਕਰਕੇ ਫਿਰ ਜ਼ਮੀਨ ਤੇ ਆ ਗਏ, ਆਪਣੇ ਕੰਮ। ਫਿਰ ਅਸੀਂ ਆਪਣੀਆਂ ਸ਼ੈੱਡਾਂ ਵੀ ਬਦਲਾ ਲਈਆਂ, ਸੌਖਾ ਕਰ ਲਿਆ ਕੰਮ। ਮੇਰਾ ਡੈਡ ਕਹਿੰਦਾ ਹੁੰਦਾ ਸੀ, ਜਦ ਪਹਿਲਾਂ ਆਇਆ 15 ਸਾਲਾਂ ਦਾ ਸੀ, ਮੇਰੇ ਬਾਬੇ ਨੇ ਕਿਹਾ ਤੂੰ ਪੜ੍ਹ ਲਾ। ਇਹ ਪੜ੍ਹਿਆ ਨਹੀਂ। ਉਹ ਫਲੈਕਸਾਂ ਕੱਟਦੇ ਸੀ ਤਾਂ ਇੱਥੇ ਤਾਂ ਗਿੱਲੇ ਪਾਣੀ ਦੇ ਵਿੱਚ, ਤਾਂ ਰਾਤਾਂ ਨੂੰ ਆ ਕੇ ਤੰਬੂਆਂ 'ਚ ਰਹਿੰਦੇ ਸੀ। ਤਾਂ ਰਾਤਾਂ ਨੂੰ ਆ ਕੇ ਉਹ ਟਾਕੀਆਂ ਲਾਉਣੀਆਂ। ਇਹਨੂੰ ਆਏ ਤਾਂ ਮੈਨੂੰ ਪਤਾ ਉਹ ਜਿੱਦਾਂ ਦੇਸ਼ ਚੁੱਲ੍ਹੇ ਸੀ ਉਹਨਾਂ ਦੇ ਤੇ ਪੋਟ ਰੱਖ ਕੇ ਤਾਂ ਇੰਡੀਆ ਆਂਗਰ ਅੱਗ ਬਾਲ ਕੇ, ਬਿਜਲੀਆਂ ਤਾਂ ਹੈ ਨਹੀਂ ਸੀ। ਮੈਂ ਸ਼ਹਿਰੋਂ ਜਾ ਕੇ ਆਟਾ ਲਿਆਉਂਦੇ ਸੀਗੇ, ਆਟੇ ਮਿਲ ਜਾਂਦੇ ਸੀ, ਆਟੇ ਮਿਲ ਜਾਂਦੇ ਸੀ। ਆਟਾ ਲੈ ਆਉਂਦੇ ਸੀਗੇ ਜਾ ਕੇ। ਆਟਾ ਵੀ ਮੈਨੂੰ ਪਤਾ ਉਸ ਦਿਨ ਮੈਂ ਸ਼ਾਇਦ ਰੌਂਗ ਹੋਊਗੀ, ਪਰ ਆਟਾ ਵੀ ਚਿੱਟਾ ਹੀ ਮਿਲਦਾ ਸੀ ਮੈਨੂੰ। ਮੈਂ ਰਿਹਾ ਸ਼ਾਇਦ ਲਾਲ ਹੋ, ਉਹ ਤਾਂ ਸਿੱਖਾ ਲਾਲ ਕਿਤੇ ਕਿਤੇ, ਪਰ ਸਾਰੇ ਵੱਧ ਪੰਜਾਬੀ ਚਿੱਟਾ ਆਟਾ ਵਰਤਦੇ। ਕਦੇ ਸਾਡੇ ਕਿਸੇ ਗੋਰੇ ਨਾਲ ਰੌਲਾ ਨਹੀਂ ਪਿਆ, ਸਾਨੂੰ ਬੜਾ ਪਿਆਰ ਨਾਲ ਰੱਖਿਆ ਹੈ। ਹੁਣ ਤਾਂ ਦੇਸੀ ਤਾਂ ਗੋਰੇ ਬਥੇਰੇ ਲੜਦੇ ਲੈਂਦੇ, ਪਰ ਸਾਡੇ ਨਾਲ ਅਸੀਂ ਕਹਿ ਨਹੀਂ ਸਕਦੇ। ਜਿੱਤੇ ਵੀ ਸੀਮਾ ਦਾ ਤਿਆ ਉਹ ਤੇ ਜਿਸ ਵੇਲੇ ਇਹ ਕੰਮ ਕਰਦੇ ਸੀ ਟਾਊਨ ਮਿਲਕ ਸਪਲਾਈ ਦੇ, ਉੱਥੇ ਉਹ ਮੁੰਡੇ ਸੀਗੇ, ਉਹ ਕਦੇ ਹੱਸਣਾ। ਮੈਂ ਉਹਨਾਂ ਨੂੰ ਮੈਂ ਜੀ ਬਾਹਰ ਤੇ ਜਾਣਦੀ ਸੀ। ਮੈਂ ਕਹਿਣਾ ਭਈ ਤੁਸੀਂ ਥੋੜੇ ਈਜ਼ੀ ਰਹੋ, ਇਹਨੂੰ ਹੁਣ ਇੰਨੀ ਸਮਝ ਨਹੀਂ ਆਉਂਦੀ। ਬਹੁਤ ਚੰਗੀ ਸੀ। ਠੀਕ ਸੀ। ਸਾਡੀ ਬਹੁਤ ਸੋਹਣੀ ਲੰਗੀ ਹੈ, ਬਹੁਤ ਸੋਹਣੀ ਰਹੀ, ਤਾਂ ਹੀ ਤਾਂ ਅਸੀਂ ਇਕੱਠੇ ਆ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਨਿਆਣੇ ਸਾਡੇ ਪੰਜਾਬੀ ਬੋਲਣ, ਪਰ ਉਹ ਸਾਨੂੰ ਜਦੋਂ ਅਸੀਂ ਪੰਜਾਬੀ ਵਿੱਚ ਬੋਲਦੇ ਹਾਂ ਸਾਤੋਂ ਥੋੜੇ ਸੰਗ ਕੇ ਬਦਲ ਨੂੰ ਹੋ ਜਾਂਦੇ, ਉਹਨਾਂ ਨੂੰ ਪੰਜਾਬੀ 'ਚ ਗੱਲ ਕਰਨੀ ਨਹੀਂ ਆਉਂਦੀ। ਤਾਂ ਪਰ ਅਸੀਂ ਚਾਹੁੰਦੇ ਹਾਂ ਵੀ ਸਾਡੇ ਗਾਹਾਂ ਨਿਆਣੇ ਵੀ, ਪੋਤੇ ਪੋਤੀਆਂ ਵੀ ਪੰਜਾਬੀ ਬੋਲਣ।